ਇੱਕ ਹੋੜ ਲੱਗੀ ਹੋਈ ਹੈ ਕਿ ਅਸੀਂ ਕੈਨੇਡਾ ਨੂੰ ਚੱਲੀਏ, ਜ਼ਮੀਨਾਂ ਵੇਚੀਏ, ਜਾਇਦਾਦਾਂ ਵੇਚੀਏ। ਪੇਰੈਂਟਸ 18 20 ਲੱਖ ਰੁਪਇਆ 25 ਲੱਖ ਤੱਕ ਵੀ ਖਰਚ ਦਿੰਦੇ ਨੇ ਕਿ ਸਾਡਾ ਬੱਚਾ ਕਿਸੇ ਤਰੀਕੇ ਆਇਲਸ ਕਰਕੇ ਕੈਨੇਡਾ ਦੀ ਧਰਤੀ ਤੇ ਲੈਂਡ ਕਰ ਜਾਵੇ। 700 ਵਿਦਿਆਰਥੀਆਂ ਦਾ ਜਿਹੜੇ ਭਾਰਤ ਤੋਂ ਕੈਨੇਡਾ ਆਏ ਸੀ ਕੋਈ 1.5 ਸਾਲ ਪਹਿਲਾਂ, ਕੋਈ 2 ਸਾਲ ਪਹਿਲਾਂ, ਉਹਨਾਂ ਦੇ ਡੈਪੋਟੇਸ਼ਨ ਆਰਡਰ ਰਿਲੀਜ਼ ਹੋ ਗਏ ਨੇ। ਤਕਰੀਬਨ 8 ਲੱਖ ਦੇ ਕਰੀਬ ਵਿਦਿਆਰਥੀ ਜਿਹੜੇ ਨੇ ਹਰ ਸਾਲ ਜੋ ਹਨ ਇੱਥੇ ਕੈਨੇਡਾ ਵਿੱਚ ਇਸ ਸਮੇਂ ਪਹੁੰਚੇ ਹੋਏ ਨੇ ਤੇ ਉਹਨਾਂ ਵਿੱਚੋਂ ਤਕਰੀਬਨ 40% ਦੇ ਕਰੀਬ ਜਿਹੜੇ ਹੈਗੇ ਨੇ ਉਹ ਇੰਡੀਆ ਤੋਂ। ਖਬਰ ਆਈ ਹੈ 700 ਵਿਦਿਆਰਥੀਆਂ ਬਾਰੇ। ਇਸ ਬਾਰੇ ਕਿਹਾ ਜਾ ਰਿਹਾ ਕਿ ਜਲੰਧਰ ਦਾ ਇੱਕ ਟਰੈਵਲ ਏਜੰਟ ਜੋ ਹੈ ਉਸਨੇ ਫੇਕ ਲੈਟਰਸ ਦਿੱਤੀਆਂ, ਯਾਨੀ ਕਿ ਫਰਜ਼ੀ ਐਡਮਿਸ਼ਨ ਲੈਟਰਸ ਦਿੱਤੀਆਂ ਵਿਦਿਆਰਥੀਆਂ ਨੂੰ। ਤੇ ਹੋਇਆ ਕਿ ਉਹ ਜਦੋਂ ਲੈਟਰਸ ਐਮਬੈਸੀ ਨੂੰ ਭੇਜੀਆਂ ਗਈਆਂ, ਉਹਨਾਂ ਨੇ ਦੇਖ ਕੇ ਜੀ ਬੱਚੇ ਨੂੰ ਉਸ ਦੇ ਆਧਾਰ ਦੇ ਉੱਤੇ ਐਂਟਰੀ ਦੇ ਦਿੱਤੀ ਕੈਨੇਡਾ ਦੇ ਵਿੱਚ। ਬੱਚੇ ਪਹੁੰਚ ਗਏ ਕੈਨੇਡਾ ਦੇ ਵਿੱਚ। ਤੇ ਜਿਹੜੇ ਵੀ ਏਜੰਟ ਪੰਜਾਬ ਵਿੱਚ ਬੈਠੇ ਨੇ, ਜਦੋਂ ਤੁਸੀਂ ਉਹਨਾਂ ਕੋਲ ਜਾਂਦੇ ਹੋ, ਹੱਥ ਜੋੜ ਕੇ ਬੇਨਤੀ ਕਰਨਾ ਹੈ ਕਿ ਵੈਰੀਫਾਈ ਕਰੋ ਉਹਨਾਂ ਦੀ ਕੀ ਕ੍ਰੈਡੀਬਿਲਿਟੀ ਕੀ ਹੈਗੀ ਹੈ। ਇਹ ਤਾਂ ਨਹੀਂ ਕਿ ਸਿਰਫ ਇੱਕ ਦੁਕਾਨ ਖੋਲ੍ਹ ਕੇ ਚੰਗਾ ਅੰਦਰੋਂ ਉਸ ਨੂੰ ਸਜਾ ਕੇ ਬੈਠ ਗਿਆ ਬੰਦਾ ਤੇ ਤੁਹਾਨੂੰ ਦੱਸ ਰਿਹਾ 20 25 50 ਹਜ਼ਾਰ ਰੁਪਏ ਤੱਕ ਤੇ ਚਲੋ ਮੈਂ ਮੰਨ ਸਕਣਾ ਕਿ ਜੀ ਉਸਨੇ ਕੰਮ ਕੀਤਾ, ਉਸਨੂੰ ਉਹਦਾ ਜੋ ਬੰਦਾ ਦੇ ਦਿਓ। ਪਰ 16 ਤੋਂ 20 ਲੱਖ ਰੁਪਏ ਦੇਣੇ, ਇਹ ਕਿਸ ਬੇਸ ਤੇ ਤੁਸੀਂ ਪੈਸੇ ਦੇ ਰਹੇ ਹੋ? 1/4 ਵੀ ਤੁਹਾਡੇ ਪੈਸੇ ਨਹੀਂ ਲੱਗਣਗੇ ਜਿਨੇ ਤੁਸੀਂ ਦੇਣ ਨੂੰ ਬੈਠੇ ਹੋ ਉੱਥੇ ਤਿਆਰ ਕਿ 16 ਤੋਂ 20 ਲੱਖ ਰੁਪਏ ਦੇ ਰਹੇ ਹੋ। ਉਸ ਦੇ 1/4 1/4 ਵੀ ਜਿਹੜੇ ਨੇ ਉਹ ਪੈਸੇ ਨਹੀਂ ਲੱਗਣਗੇ ਜੇਕਰ ਤੁਸੀਂ ਇੱਥੇ ਵੀ ਕਿਸੇ ਸਰਟੀਫਾਈਡ ਇਮੀਗ੍ਰੇਸ਼ਨ ਕੰਸਲਟੈਂਟ ਨਾਲ ਸੰਪਰਕ ਕਰ ਲਓ। ਜੇਕਰ ਸਿਰਫ ਇਸੀ ਲਾਲਚ ਨਾਲ ਤੁਸੀਂ ਬੱਚਾ ਭੇਜਣਾ ਕਿ ਇੱਥੇ ਪਹੁੰਚ ਜਾਏ ਤੇ ਸਭ ਕੁਝ ਠੀਕ ਹੋ ਜਾਏਗਾ, ਇਹ ਤੁਸੀਂ ਗਲਤਫਹਿਮੀ 'ਚ ਹੈਗੇ ਹੋ। ਇੱਥੇ ਉਹ ਸਿਚੁਏਸ਼ਨ ਇੰਨੀ ਨਹੀਂ ਚੰਗੀ ਹੈਗੀ ਕਿ ਹਰ ਇੱਕ ਕਿਸੇ ਨੂੰ ਜੌਬ ਮਿਲ ਜਾਏਗਾ। ਬੱਚਿਆਂ ਨੂੰ ਬਹੁਤ ਸਟਰਗਲ ਕਰਨਾ ਪੈ ਰਿਹਾ ਹੈ। ਪਿਛਲੇ ਸਮੇਂ ਦੌਰਾਨ ਬਹੁਤ ਸਾਰੇ ਬੱਚਿਆਂ ਨੇ ਸੁਸਾਈਡਸ ਵੀ ਕਮਿਟ ਕੀਤੀਆਂ ਨੇ, ਹਾਰਟ ਅਟੈਕਸ ਬੱਚਿਆਂ ਨੂੰ ਹੋ ਰਹੇ ਨੇ, ਮੈਂਟਲੀ ਉਹ ਡਿਪਰੈਸ ਹੋ ਰਹੇ ਨੇ। ਸਿਰਫ ਆਫਰ ਲੈਟਰ ਉਹ ਜਾਲੀ ਸੀਗਾ, ਬਟ ਉਹਦੇ ਤੋਂ ਬਾਅਦ ਜਿਹੜੀ ਪੜ੍ਹਾਈ ਕੀਤੀ ਹੈ ਜੀ ਬੱਚਿਆਂ ਨੇ ਸਾਲ 1.5 ਸਾਲ 2 ਸਾਲ, ਉਹ ਤਾਂ ਅਸਲੀ ਸੀ ਜੀ। ਉਸ ਦੌਰਾਨ ਉਹ ਇੱਥੇ ਰਹਿੰਦੇ ਰਹੇ ਨੇ, ਉਹਨਾਂ ਨੂੰ ਵਰਕ ਪਰਮਿਟ ਵੀ ਸ਼ਾਇਦ ਇਸ਼ੂ ਹੋ ਗਏ ਨੇ ਕਈਆਂ ਨੂੰ। ਤੇ ਉਦੋਂ ਜਿਹੜਾ ਇਮੀਗ੍ਰੇਸ਼ਨ ਦਾ ਪ੍ਰੋਸੈਸ ਸੀਗਾ ਉਹ ਕਿੱਥੇ ਰਿਹਾ ਜੀ 1.5-2 ਸਾਲ। ਅਸਲ ਵਿੱਚ ਰਵਿੰਦਰ ਜੀ ਇੱਥੋਂ ਦਾ ਸਿਸਟਮ ਜਿਹੜਾ ਨਾ ਜੀ ਬੇਸਿਕਲੀ ਟਰਸਟ ਦੇ ਉੱਤੇ ਆਧਾਰਿਤ ਹੈਗਾ ਕਿ ਤੁਸੀਂ ਕਹਿ ਦਿੱਤਾ ਤੇ ਮੈਂ ਮੰਨ ਲਿਆ ਵਾਲਾ, ਉਹ ਇੱਕ ਇਹੋ ਜਿਹਾ ਸਿਸਟਮ ਚੱਲਦਾ ਹੈ। ਹਰਪ੍ਰੀਤ ਜੀ, ਸਭ ਤੋਂ ਵੱਡੀ ਖਬਰ ਜਿਹੜੀ ਕੈਨੇਡਾ ਦੀ ਹੈ ਇਸ ਵੇਲੇ ਔਰ ਉਹ ਪੰਜਾਬੀਆਂ ਦੇ ਨਾਲ ਜੁੜਦੀ ਹੈ, ਉਹ ਖਬਰ ਹੈ ਇਮੀਗ੍ਰੇਸ਼ਨ ਦੀ, ਸਟੂਡੈਂਟ ਵੀਜ਼ਾ ਦੀ। ਕਿਉਂਕਿ ਹਰ ਕੋਈ ਇੱਕ ਹੋੜ ਲੱਗੀ ਹੋਈ ਹੈ ਕਿ ਅਸੀਂ ਕੈਨੇਡਾ ਨੂੰ ਚੱਲੀਏ, ਜ਼ਮੀਨਾਂ ਵੇਚੀਏ, ਜਾਇਦਾਦਾਂ ਵੇਚੀਏ। ਪੇਰੈਂਟਸ 18 20 ਲੱਖ ਰੁਪਇਆ 25 ਲੱਖ ਤੱਕ ਵੀ ਖਰਚ ਦਿੰਦੇ ਨੇ ਕਿ ਸਾਡਾ ਬੱਚਾ ਕਿਸੇ ਤਰੀਕੇ ਆਇਲਸ ਕਰਕੇ ਕੈਨੇਡਾ ਦੀ ਧਰਤੀ ਤੇ ਲੈਂਡ ਕਰ ਜਾਵੇ। ਪਰ ਲੈਂਡ ਕਰਨ ਤੋਂ ਬਾਅਦ ਜਦੋਂ 700 ਸਟੂਡੈਂਟਸ, ਥੋੜ੍ਹੇ ਬਹੁਤ ਨਹੀਂ ਮੈਂ ਕਹਿ ਰਿਹਾ, 700 ਸਟੂਡੈਂਟਸ ਨੂੰ ਵਾਪਸ ਭੇਜਿਆ ਜਾਂਦਾ ਆ, ਡੈਪੋਟੇਸ਼ਨ ਲੈਟਰ ਉਹਨਾਂ ਦਾ ਇਸ਼ੂ ਹੋ ਜਾਂਦਾ ਹੈ, ਤਾਂ ਕੈਨੇਡਾ ਦੇ ਵਿੱਚ ਵੀ ਹਲਚਲ ਹੈ ਔਰ ਪੰਜਾਬ ਦੇ ਵਿੱਚ ਵੀ ਇਹ ਹਲਚਲ ਮਚੀ ਹੋਈ ਹੈ। ਸੋ ਸਭ ਤੋਂ ਵੱਡੀ ਖਬਰ ਅੱਜ ਦੀ ਇਹੀ ਹੈ, ਇਸ ਹਫ਼ਤੇ ਦੀ ਸਭ ਤੋਂ ਵੱਡੀ ਖਬਰ ਇਹੀ ਹੈ ਕਿ 700 ਵਿਦਿਆਰਥੀਆਂ ਦਾ ਜਿਹੜੇ ਭਾਰਤ ਤੋਂ ਕੈਨੇਡਾ ਆਏ ਸੀ ਕੋਈ 1.5 ਸਾਲ ਪਹਿਲਾਂ, ਕੋਈ 2 ਸਾਲ ਪਹਿਲਾਂ, ਉਹਨਾਂ ਦੇ ਡੈਪੋਟੇਸ਼ਨ ਆਰਡਰ ਰਿਲੀਜ਼ ਹੋ ਗਏ ਨੇ। ਉਹਦੇ ਬਾਰੇ ਸਭ ਤੋਂ ਪਹਿਲਾਂ ਅਸੀਂ ਚਰਚਾ ਕਰਨੀ ਚਾਹਾਂਗੇ ਔਰ ਪੁੱਛਣਾ ਚਾਹਾਂਗੇ ਤੁਹਾਨੂੰ ਉਹਨਾਂ ਸਟੂਡੈਂਟਸ ਦੇ ਬਿਹਾਫ ਤੇ, ਉਹਨਾਂ ਪੇਰੈਂਟਸ ਦੇ ਬਿਹਾਫ ਤੇ ਕਿ ਕਿੱਥੇ ਸਟੂਡੈਂਟਸ ਦੀ ਗਲਤੀ ਹੈ ਤੇ ਕਿੱਥੇ ਕੈਨੇਡੀਅਨ ਗਵਰਨਮੈਂਟ ਦੀ ਵੀ ਗਲਤੀ ਹੋ ਸਕਦੀ ਹੈ। ਜੀ ਬਿਲਕੁਲ ਜੀ ਰਵਿੰਦਰ ਜੀ, ਇਹ ਬਹੁਤ ਹੀ ਮਹੱਤਵਪੂਰਨ ਖਬਰ ਹੈਗੀ ਹੈ ਜਿਹਦੇ ਬਾਰੇ ਅੱਜ ਅਸੀਂ ਵਿਸਥਾਰ ਵਿੱਚ ਚਰਚਾ ਕਰਾਂਗੇ ਤੇ ਮੈਂ ਕਰਨਾ ਚਾਹਾਂਗਾ। 2-3 ਚੀਜ਼ਾਂ ਹੈਗੀਆਂ ਨੇ ਜੀ ਕਿ ਪਹਿਲੀ ਗੱਲ ਤਾਂ ਹੈਗੀ ਕਿ CBSA ਕੈਨੇਡੀਅਨ ਬਾਰਡਰ ਸਰਵਿਸਿਜ਼ ਨੇ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਹੈਗੀ। ਉਹ ਅਜੇ ਦੱਸ ਨਹੀਂ ਰਹੇ ਕਿ ਕਿੰਨੇ ਵਿਦਿਆਰਥੀ ਹੈਗੇ ਨੇ। ਇਹ ਇੱਕ ਖਬਰ ਜਿਹੜੀ ਹੈ ਜੀ ਕੁਝ ਦਿਨਾਂ ਪਹਿਲਾਂ ਇੱਕ ਅਖਬਾਰ ਵਿੱਚ ਛਪੀ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਇਹ ਸੋਸ਼ਲ ਮੀਡੀਆ ਦੇ ਵਿੱਚ ਇੱਕ ਵਾਇਰਲ ਹੋ ਗਈ। ਲੇਕਿਨ ਇਸ ਦੇ ਬਾਰੇ ਜੇਕਰ ਅਸੀਂ ਕਹੀਏ ਕਿ ਕੋਈ ਪੁਖਤਾ ਸਬੂਤ ਨੇ, ਕਿਉਂਕਿ ਜਦ ਤੱਕ ਸਰਕਾਰ ਕੋਈ ਪ੍ਰੂਫ ਤੁਹਾਨੂੰ ਨਹੀਂ ਦਿੰਦੀ ਤੁਸੀਂ ਡਟ ਕੇ ਨਹੀਂ ਕਹਿ ਸਕਦੇ ਕਿ ਇੰਨੇ ਹੀ ਵਿਦਿਆਰਥੀ ਨੇ। ਇਸ ਤੋਂ ਵੱਧ ਵੀ ਹੋ ਸਕਦੇ ਨੇ, ਇਸ ਤੋਂ ਘੱਟ ਵੀ ਹੋ ਸਕਦੇ ਨੇ। ਪਰ ਮੁੱਖ ਤੌਰ ਦੇ ਉੱਤੇ ਜਿਹੜੀ ਗੱਲ ਹੈਗੀ ਜੀ ਕਿ ਕੈਨੇਡਾ ਇੱਕ ਮੇਜਰ ਡੈਸਟੀਨੇਸ਼ਨ ਬਣ ਚੁੱਕਿਆ ਹੈ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਜਿਹੜੇ ਭਾਰਤ ਤੋਂ ਆਉਂਦੇ ਨੇ। ਤਕਰੀਬਨ 8 ਲੱਖ ਦੇ ਕਰੀਬ ਵਿਦਿਆਰਥੀ ਜਿਹੜੇ ਨੇ ਹਰ ਸਾਲ ਜੋ ਹਨ ਇੱਥੇ ਕੈਨੇਡਾ ਵਿੱਚ ਇਸ ਸਮੇਂ ਪਹੁੰਚੇ ਹੋਏ ਨੇ ਤੇ ਉਹਨਾਂ ਵਿੱਚੋਂ ਤਕਰੀਬਨ 40% ਦੇ ਕਰੀਬ ਜਿਹੜੇ ਹੈਗੇ ਨੇ ਉਹ ਇੰਡੀਆ ਤੋਂ ਨੇ। ਸੋ ਪਹਿਲਾਂ ਚਾਈਨਾ ਤੋਂ ਜ਼ਿਆਦਾਤਰ ਵਿਦਿਆਰਥੀ ਇੱਥੇ ਪੜ੍ਹਨ ਆਇਆ ਕਰਦੇ ਸੀ, ਪਰ ਹੁਣ ਇੰਡੀਆ ਮਾਤ ਪਾ ਗਿਆ ਚਾਈਨਾ ਦੇ ਉੱਤੇ
ਤੇ ਹੁਣ ਮੈਕਸਿਮਮ ਸਟੂਡੈਂਟਸ ਦੁਨੀਆ ਭਰ ਚੋਂ ਜਿਹੜੇ ਇੱਥੇ ਐਜ਼ ਸਟੂਡੈਂਟਸ ਆਉਂਦੇ ਨੇ ਕੈਨੇਡਾ ਵਿੱਚ, ਉਹ ਇੰਡੀਆ ਤੋਂ ਆ ਰਹੇ ਨੇ। ਤੇ ਜਦੋਂ ਅਸੀਂ ਇੰਡੀਆ ਦੀ ਗੱਲ ਕਰਨੇ ਤੇ ਇੰਡੀਆ 'ਚੋਂ ਜ਼ਿਆਦਾਤਰ ਅਗੇਨ ਮੈਜੋਰਿਟੀ ਜਿਹੜੀ ਉਹ ਪੰਜਾਬ ਤੋਂ ਆਉਂਦੇ ਨੇ। ਸੋ ਇੱਕ ਗੱਲ ਤਾਂ ਕਲੈਰੀਫਾਈ ਹੋ ਗਈ ਕਿ ਜੀ ਪੰਜਾਬ 'ਚੋਂ ਇਸ ਸਮੇਂ ਇਸੀ ਕਰਕੇ ਪਿੰਡਾਂ 'ਚ, ਹਰ ਇੱਕ ਪਿੰਡ 'ਚ ਵੀ ਹੁਣ ਬੋਰਡ ਲੱਗੇ ਹੋਏ ਨੇ, ਆਈਲੈਟਸ ਕਰ ਲਓ, ਉਸ ਤੋਂ ਇਲਾਵਾ ਤੁਹਾਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ, ਤੁਹਾਨੂੰ ਗਾਈਡ ਕੀਤਾ ਜਾਂਦਾ ਹੈ ਕਿ ਕੈਨੇਡਾ ਤੁਸੀਂ ਜਾ ਸਕਦੇ ਹੋ। ਤੇ ਇਸ ਕਰਕੇ ਅਗੇਨ ਸ਼ਹਿਰਾਂ ਵਿੱਚ ਵੀ, ਛੋਟੇ ਛੋਟੇ ਕਸਬਿਆਂ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਏਜੰਟਸ ਬੈਠੇ ਹੋਏ ਨੇ ਜਿਹੜੇ ਕਿ ਤੁਹਾਨੂੰ ਵਰਗਲਾਉਂਦੇ ਨੇ, ਤੁਹਾਨੂੰ ਦੱਸਦੇ ਨੇ ਕਿ ਜੀ ਆਪਣੇ ਬੱਚੇ ਨੂੰ ਬਾਹਰ ਭੇਜ ਦਿਓ, ਬਸ ਸਵਰਗ ਹੈਗਾ, ਬੱਲੇ ਬੱਲੇ ਹੋ ਜਾਏਗੀ, ਬੱਚੇ ਵੀ ਸੈਟਲ ਹੋ ਜਾਣਗੇ ਤੇ ਤੁਸੀਂ ਵੀ ਹੌਲੀ ਹੌਲੀ ਸੈਟਲ ਹੋ ਜਾਓਗੇ। ਅਸਲ 'ਚ ਇਹ ਗੱਲ ਥੋੜ੍ਹਾ ਜਿਹਾ ਡੀਪ ਜਦੋਂ ਅਸੀਂ ਜਾ ਕੇ ਦੇਖਦੇ ਹਾਂ, ਇਹ ਸੱਚਾਈ ਨਹੀਂ ਹੈਗੀ। ਜਿਹੜੀ ਇਹ ਖਬਰ ਆਈ ਹੈ 700 ਵਿਦਿਆਰਥੀਆਂ ਬਾਰੇ, ਇਸ ਬਾਰੇ ਕਿਹਾ ਜਾ ਰਿਹਾ ਕਿ ਜਲੰਧਰ ਦਾ ਇੱਕ ਟਰੈਵਲ ਏਜੰਟ ਜੋ ਹੈ ਉਸਨੇ ਫੇਕ ਲੈਟਰਸ ਦਿੱਤੀਆਂ, ਯਾਨੀ ਕਿ ਫਰਜ਼ੀ ਐਡਮਿਸ਼ਨ ਲੈਟਰਸ ਦਿੱਤੀਆਂ ਵਿਦਿਆਰਥੀਆਂ ਨੂੰ। ਤੇ ਹੋਇਆ ਕਿ ਉਹ ਜਦੋਂ ਲੈਟਰਸ ਐਮਬੈਸੀ ਨੂੰ ਭੇਜੀਆਂ ਗਈਆਂ, ਉਹਨਾਂ ਨੇ ਦੇਖ ਕੇ ਜੀ ਬੱਚੇ ਨੂੰ ਉਸਦੇ ਆਧਾਰ ਦੇ ਉੱਤੇ ਐਂਟਰੀ ਦੇ ਦਿੱਤੀ ਕੈਨੇਡਾ ਦੇ ਵਿੱਚ। ਬੱਚੇ ਪਹੁੰਚ ਗਏ ਕੈਨੇਡਾ ਦੇ ਵਿੱਚ। ਕੈਨੇਡਾ ਇੱਥੇ ਆ ਕੇ ਹੰਬਰ ਕਾਲਜ ਜਿਹੜਾ ਹੈਗਾ ਉਹਦੇ ਵਿੱਚ ਜਦੋਂ ਉਹਨਾਂ ਨੇ ਕਿਹਾ ਕਿ ਜੀ ਸਾਡੀ ਐਡਮਿਸ਼ਨ ਵਾਸਤੇ ਉਹ ਗਏ, ਤਾਂ ਉਹਨਾਂ ਨੂੰ ਕਿਹਾ ਗਿਆ ਕਿ ਜੀ ਨਹੀਂ, ਇੱਥੇ ਤੁਹਾਡੀ ਐਡਮਿਸ਼ਨ ਨਹੀਂ ਹੋ ਸਕਦੀ ਕਿਉਂਕਿ ਸੀਟਾਂ ਨਹੀਂ ਹੈਗੀਆਂ ਇੱਥੇ। ਸੋ ਜਿਹੜਾ ਉਹ ਏਜੰਟ ਸੀ ਜਲੰਧਰ ਦੇ ਵਿੱਚ, ਉਸ ਨਾਲ ਸੰਪਰਕ ਕੀਤਾ ਗਿਆ। ਕਿਹਾ ਜਾਂਦਾ ਇਸ ਖਬਰ ਦੇ ਵਿੱਚ ਕਿ ਉਸ ਏਜੰਟ ਨੇ ਜੋ ਹੈ ਪੈਸੇ ਰਿਟਰਨ ਕਰਤੇ ਤੇ ਉਹ ਬੱਚਿਆਂ ਨੂੰ ਕਿਸੇ ਹੋਰ ਕਾਲਜ ਦੇ ਵਿੱਚ ਐਡਮਿਸ਼ਨ ਕਰਵਾਤੀ। ਇਹ ਵੀ ਗੱਲ ਸਾਹਮਣੇ ਆ ਰਹੀ ਕਿ 16 ਲੱਖ ਤੋਂ ਲੈ ਕੇ 20 ਲੱਖ ਰੁਪਏ ਜਿਹੜੇ ਨੇ ਉਹ ਮਾਂ-ਬਾਪ ਨੇ ਦਿੱਤੇ ਇਸ ਏਜੰਟ ਨੂੰ ਆਪਣੇ ਬੱਚਿਆਂ ਨੂੰ ਪੜ੍ਹਾਈ ਵਾਸਤੇ ਬਾਹਰ ਭੇਜਣ ਲਈ। ਸੋ 2-3 ਚੀਜ਼ਾਂ ਜਿਹੜੀਆਂ ਸਾਨੂੰ ਬਹੁਤ ਧਿਆਨ ਨਾਲ ਸਮਝਣ ਦੀ ਲੋੜ ਹੈਗੀ। ਪਹਿਲੀ ਗੱਲ ਤਾਂ ਇਹ ਹੈਗੀ ਜੀ ਕਿ ਜਿਹੜੇ ਵੀ ਏਜੰਟ ਪੰਜਾਬ ਵਿੱਚ ਬੈਠੇ ਨੇ, ਜਦੋਂ ਤੁਸੀਂ ਉਹਨਾਂ ਕੋਲ ਜਾਂਦੇ ਹੋ, ਹੱਥ ਜੋੜ ਕੇ ਬੇਨਤੀ ਕਰਨਾ ਹੈ ਕਿ ਵੈਰੀਫਾਈ ਕਰੋ ਉਹਨਾਂ ਦੀ ਕੀ ਕ੍ਰੈਡੀਬਿਲਿਟੀ ਕੀ ਹੈਗੀ ਹੈ। ਇਹ ਤਾਂ ਨਹੀਂ ਕਿ ਸਿਰਫ ਇੱਕ ਦੁਕਾਨ ਖੋਲ੍ਹ ਕੇ ਚੰਗਾ ਅੰਦਰੋਂ ਉਸ ਨੂੰ ਸਜਾ ਕੇ ਬੈਠ ਗਿਆ ਬੰਦਾ ਤੇ ਤੁਹਾਨੂੰ ਦੱਸ ਰਿਹਾ ਹੈ, ਤੇ ਪੈਸੇ ਤੁਹਾਨੂੰ ਦੇਣ ਦੀ ਕੋਈ ਲੋੜ ਨਹੀਂ। ਕਿਉਂਕਿ ਜੇਕਰ ਤੁਸੀਂ ਆਪਣੇ ਬੱਚੇ ਨੂੰ ਭੇਜ ਰਹੇ ਹੈਗੇ ਹੋ ਕਿਸੇ ਕਾਲਜ ਦੇ ਵਿੱਚ, ਤਾਂ ਕਾਲਜ ਵਾਲੇ ਕਮਿਸ਼ਨ ਦਿੰਦੇ ਨੇ ਇਹਨਾਂ ਏਜੰਟਸ ਨੂੰ ਉਹ ਬੱਚਿਆਂ ਨੂੰ ਇੱਥੇ ਭੇਜਣ ਲਈ। ਸੋ ਚਲੋ ਮੰਨ ਲਿਆ ਉਸਨੇ ਤੁਹਾਡੇ ਕਾਗਜ਼ ਪ੍ਰਿਪੇਅਰ ਕਰਨੇ ਨੇ, ਤੁਹਾਨੂੰ ਗਾਈਡ ਕਰਨਾ ਹੈ, 20, 25, 50 ਹਜ਼ਾਰ ਰੁਪਏ ਤੱਕ ਤੇ ਚਲੋ ਮੈਂ ਮੰਨ ਸਕਣਾ ਕਿ ਜੀ ਉਸਨੇ ਕੰਮ ਕੀਤਾ, ਉਸਨੂੰ ਉਹਦਾ ਜੋ ਬੰਦਾ ਦੇ ਦਿਓ। ਪਰ 16 ਤੋਂ 20 ਲੱਖ ਰੁਪਏ ਦੇਣੇ, ਇਹ ਕਿਸ ਬੇਸ ਤੇ ਤੁਸੀਂ ਪੈਸੇ ਦੇ ਰਹੇ ਹੋ? ਤੁਸੀਂ ਵੀ ਜੋ ਸਾਨੂੰ ਸੁਣਨ ਨੂੰ ਮਿਲਦਾ ਇੱਥੇ, ਕਰਜ਼ੇ ਲੈ ਕੇ ਕਈ ਵਾਰੀ ਆਪਣੀ ਜ਼ਮੀਨਾਂ ਵੇਚ ਕੇ ਪੈਸੇ ਇਕੱਠੇ ਕਰਦੇ ਹੋ, ਤੇ ਉਸ ਤੋਂ ਬਾਅਦ ਬੱਚਿਆਂ ਦੇ ਲਈ ਉਹਨਾਂ ਏਜੰਟਸ ਨੂੰ ਦੇ ਦਿੰਦੇ ਹੋ। ਪਰ ਕੀ ਕਦੀ ਪੜਚੋਲ ਕੀਤੀ ਹੈ ਕਿ ਜਿਹੜਾ ਇੰਨਾ ਪੈਸਾ ਮੰਗ ਰਹੇ ਨੇ ਉਹ ਕਾਹਦਾ ਪੈਸਾ ਮੰਗ ਰਹੇ ਨੇ? ਜਿਸ ਤਰ੍ਹਾਂ ਮੈਂ ਦੱਸਿਆ ਕਿ ਜੇਕਰ ਕੋਈ ਵਿਦਿਆਰਥੀ ਇੱਥੇ ਆ ਰਿਹਾ ਤਾਂ ਉਸ ਨੂੰ ਕਾਲਜ ਵੱਲੋਂ ਜਿਹੜੀ ਐਡਮਿਸ਼ਨ ਜਿਸ ਵੀ ਕਾਲਜ ਕਰਾਉਂਦਾ, ਤਕਰੀਬਨ 3 ਤੋਂ ਲੈ ਕੇ 4-5 ਹਜ਼ਾਰ ਡਾਲਰ ਤੱਕ ਜਿਹੜਾ ਹੈਗਾ ਹੈ ਉਹ ਇੱਕ ਯੂਨੀਵਰਸਿਟੀ ਜਾਂ ਕਾਲਜ ਉਸ ਏਜੰਟ ਨੂੰ ਦਿੰਦੀ ਹੈ। ਸੋ ਪਹਿਲੀ ਗੱਲ ਤਾਂ ਐਡਮਿਸ਼ਨ ਲਈ, ਤੁਸੀਂ ਕਰਵਾਉਣ ਲਈ ਤੁਸੀਂ ਕੋਈ ਪੈਸੇ ਦੇਣ ਦੀ ਤੁਹਾਨੂੰ ਲੋੜ ਨਹੀਂ ਹੈਗੀ, ਕਿਉਂਕਿ ਤਕਰੀਬਨ 2.5 ਲੱਖ ਤੋਂ ਲੈ ਕੇ 3-3.5 ਲੱਖ ਰੁਪਇਆ ਇੱਕ ਏਜੰਟ ਇੱਕ ਕਾਲਜ ਤੋਂ ਇੱਕ ਵਿਦਿਆਰਥੀ ਦਾ ਆਲਰੇਡੀ ਬਣਾ ਰਿਹਾ ਹੈ। ਹਾਂ, ਜੇ ਤੁਸੀਂ ਦੇਣੇ ਨੇ ਉਸ ਨੂੰ ਕੰਮ ਕਰਨ ਦੇ ਲਈ, ਤੁਹਾਨੂੰ ਗਾਈਡ ਕਰਨ ਲਈ 25-50 ਹਜ਼ਾਰ ਰੁਪਏ ਤੱਕ ਤੇ ਚਲੋ ਠੀਕ ਹੈ। ਇਸ ਦੇ ਵਿੱਚ ਖਬਰ ਵਿੱਚ ਇਹ ਵੀ ਪਤਾ ਲੱਗਾ ਕਿ ਇਸ ਜਿਹੜੀ ਇਹਨੇ 16 ਤੋਂ 20 ਲੱਖ ਰੁਪਏ ਦਿੱਤੇ ਤੁਸੀਂ, ਉਹਦੇ ਵਿੱਚ 에ਅਰ ਫਲਾਈਟਸ ਇਨਕਲੂਡਡ ਨਹੀਂ ਹੈਗੀਆਂ ਸੀ, ਉਹ ਐਕਸਟਰਾ ਹੈਗੀਆਂ ਸੀ। ਸੋ ਪਲੀਜ਼ ਤੁਸੀਂ ਵੈਰੀਫਾਈ ਕਰੋ, ਕਿਉਂਕਿ ਇਸ ਸਮੇਂ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਬੇਵਕੂਫ ਬਣਾਏ ਜਾ ਰਹੇ ਨੇ ਇਹਨਾਂ ਏਜੰਟਸ ਵੱਲੋਂ। ਤਹਿਕੀਕਾਤ ਕਰੋ। ਤੇ ਮੈਂ ਤਾਂ ਇੱਕੋ ਹੀ ਇਹ ਬੇਨਤੀ ਕਰਾਂਗਾ ਕਿ ਅੱਜ ਇੰਟਰਨੈਟ ਦੇ ਯੁੱਗ ਵਿੱਚ ਬੱਚੇ ਬੜੇ ਸਿਆਣੇ ਹੈਗੇ ਨੇ, ਕੋਸ਼ਿਸ਼ ਕਰੋ ਕਿ ਕੈਨੇਡੀਅਨ ਹੀ ਕੋਈ ਏਜੰਟ ਤੁਸੀਂ ਲਓ ਜਿਹੜਾ ਰੈਗੂਲੇਟਡ ਹੈਗਾ। ਹੁਣ ਰੈਗੂਲੇਟਡ ਦਾ ਕੀ ਮਤਲਬ ਹੋਇਆ? ਕੈਨੇਡੀਅਨ ਸਰਕਾਰ ਵੱਲੋਂ ਇੱਕ ਸੰਸਥਾ ਬਣਾਈ ਗਈ ਹੈ ਜਿਸ ਦੇ ਰਾਹੀਂ ਕੋਰਸਿਸ ਕੀਤੇ ਜਾਂਦੇ ਨੇ, ਕਰਨੇ ਪੈਂਦੇ ਨੇ ਇਮੀਗ੍ਰੇਸ਼ਨ ਕੰਸਲਟੈਂਟਸ ਨੂੰ। ਜਦੋਂ ਉਹ ਕੋਰਸ ਪੂਰਾ ਕਰ ਲੈਂਦੇ ਨੇ, ਉਹ ਸਰਟੀਫਾਈ ਹੁੰਦੇ ਨੇ ਕਿ ਆਫੀਸ਼ੀਅਲ ਤੌਰ ਦੇ ਉੱਤੇ ਉਹ ਰੈਗੂਲੇਟ ਹੋ ਜਾਂਦੇ ਨੇ, ਉਹ ਸੰਸਥਾ ਦੇ ਅਧੀਨ ਉਹਦੇ ਮੈਂਬਰ ਬਣਦੇ ਨੇ, ਤੇ ਉਹ ਫਿਰ ਗਾਈਡੈਂਸ ਦੇ ਸਕਦੇ ਨੇ। ਜਾਂ ਤਾਂ ਕੋਈ ਵਕੀਲ ਦੇ ਸਕਦਾ ਹੈ ਜਾਂ ਫਿਰ ਕੋਈ ਸਰਟੀਫਾਈਡ ਇਮੀਗ੍ਰੇਸ਼ਨ ਕੰਸਲਟੈਂਟ ਜੋ ਹੈ ਉਹ ਤੁਹਾਨੂੰ ਗਾਈਡ ਕਰ ਸਕਦਾ ਹੈ। ਸੋ ਅੱਜ WhatsApp ਦੇ ਰਾਹੀਂ ਅਸੀਂ ਕਿਤੇ ਵੀ ਗੱਲ ਕਰ ਸਕਦੇ ਹਾਂ, ਤੇ 1/4 ਵੀ ਤੁਹਾਡੇ ਪੈਸੇ ਨਹੀਂ ਲੱਗਣਗੇ ਜਿਨੇ ਤੁਸੀਂ ਦੇਣ ਨੂੰ ਬੈਠੇ ਹੋ ਉੱਥੇ ਤਿਆਰ, ਕਿ 16 ਤੋਂ 20 ਲੱਖ ਰੁਪਏ ਦੇ ਰਹੇ ਹੋ, ਉਸ ਦੇ 1/4 1/4 ਵੀ ਜਿਹੜੇ ਨੇ ਉਹ ਪੈਸੇ ਨਹੀਂ ਲੱਗਣਗੇ ਜੇਕਰ ਤੁਸੀਂ ਇੱਥੇ ਵੀ ਕਿਸੇ ਸਰਟੀਫਾਈਡ ਇਮੀਗ੍ਰੇਸ਼ਨ ਕੰਸਲਟੈਂਟ ਨਾਲ ਸੰਪਰਕ ਕਰ ਲਓਗੇ। ਹੁਣ ਅਗੇਨ ਤੁਸੀਂ ਵੈਬ ਤੇ ਜਾਓ, ਉੱਥੇ ਵੈਰੀਫਾਈ ਕਰੋ, ਚੈੱਕ ਕਰੋ ਕਿ ਕੀ ਉਹ ਵਿਅਕਤੀ IRCC ਨਾਲ ਰੈਗੂਲੇਟਡ ਹੈਗਾ ਕਿ ਨਹੀਂ ਹੈਗਾ। ਸੋ ਇਹ ਤਾਂ ਗੱਲ ਹੋ ਗਈ ਜੇਕਰ ਤੁਸੀਂ ਕੋਈ ਏਜੰਟ ਨੂੰ ਲੱਭਣਾ ਹੈ। ਤੇ ਦੂਸਰੀ ਗੱਲ ਇੱਕ ਹੋਰ ਧਿਆਨ ਰੱਖੋ ਕਿ ਬੱਚਿਆਂ ਨੂੰ ਜਿਹੜਾ ਤੁਸੀਂ ਇੱਥੇ ਭੇਜ ਰਹੇ ਹੈਗੇ ਹੋ, ਬੱਚੇ, ਇਹ ਜਿਹੜਾ ਕੇਸ ਖਾਸ ਤੌਰ ਦੇ ਉੱਤੇ ਹੈਗਾ, ਜਦੋਂ ਦੱਸਿਆ ਗਿਆ ਸੀ ਕਿ ਜੀ ਉਸ ਕਾਲਜ ਵਿੱਚ ਐਡਮਿਸ਼ਨ ਨਹੀਂ ਮਿਲ ਰਹੀ, ਬੱਚਿਆਂ ਦਾ ਫਰਜ਼ ਬਣਦਾ ਸੀ ਕਿ ਉਹ ਚੈੱਕ ਕਰਨ ਕਿ ਬਈ ਕੀ ਇਹ ਲੈਟਰਸ ਜਿਹੜੀਆਂ ਹੈਮਬਰਗ ਕਾਲਜ ਨੇ ਦਿੱਤੀਆਂ ਨੇ ਸਹੀ ਨੇ, ਗਲਤ ਨੇ। ਸ਼ਾਇਦ ਕੋਈ ਬੱਚੇ ਗਏ ਵੀ ਹੋਣਗੇ, ਕਈ ਬੱਚਿਆਂ ਨੂੰ ਪਤਾ ਵੀ ਨਹੀਂ ਹੋਏਗਾ ਸ਼ਾਇਦ ਕਿ ਜੀ ਇਹ ਫੇਕ ਹੈਗੀਆਂ ਨੇ, ਕਈਆਂ ਨੂੰ ਸ਼ਾਇਦ ਪਤਾ ਹੋਏ,
ਪਰ ਆਪਣੇ ਆਪ ਨੂੰ ਬਚਾਉਣ ਵਾਸਤੇ ਕਿ ਚਲੋ ਐਡਮਿਸ਼ਨ ਤੇ ਮਿਲ ਗਈ ਏ, ਅਸੀਂ ਕੈਨੇਡਾ ਆ ਗਏ ਹਾਂ ਤਾਂ ਕੋਈ ਗੱਲ ਹੀ ਨਹੀਂ, ਸਾਨੂੰ ਕਿਹੜਾ ਕੋਈ ਫੜੇਗਾ। ਲੇਕਿਨ ਫਿਰ ਹੱਥ ਜੋੜ ਕੇ ਇੱਕ ਮੈਂ ਵਾਰੀ ਬੇਨਤੀ ਕਰਦਾ ਕਿ ਕੈਨੇਡਾ ਦੇ ਵਿੱਚ ਜੇਕਰ ਤੁਸੀਂ ਕੋਈ ਗਲਤ ਦਸਤਾਵੇਜ਼ ਲਾ ਕੇ ਪਹੁੰਚ ਗਏ ਹੋ ਤਾਂ ਅੱਜ ਨਹੀਂ ਤਾਂ ਕੱਲ੍ਹ ਤੁਹਾਡੇ ਫੜਨ ਦੇ ਆਸਾਰ ਬਹੁਤ ਜ਼ਿਆਦਾ ਵੱਧ ਜਾਂਦੇ ਹੈਗੇ ਨੇ, ਕਿਉਂਕਿ ਹਰ ਥਾਂ ਦੇ ਉੱਤੇ ਪ੍ਰੋਸੈਸਿੰਗ ਹੁੰਦੀ ਹੈ। ਇਹ ਨਹੀਂ ਕਿ ਇੱਕ ਵਾਰੀ ਐਡਮਿਸ਼ਨ ਮਿਲ ਗਈ ਤੇ ਤੁਸੀਂ ਕੈਨੇਡਾ ਪਹੁੰਚ ਗਏ ਤੇ ਹੁਣ ਸਭ ਚੀਜ਼ ਤੁਹਾਡੇ ਵਾਸਤੇ ਗ੍ਰੀਨ ਪੈਥਵੇ ਤੁਹਾਨੂੰ ਮਿਲ ਜਾਏਗਾ। ਸੋ ਇਸ ਕਰਕੇ ਪਹਿਲੀ ਗੱਲ ਤਾਂ ਦਸਤਾਵੇਜ਼ ਕੋਈ ਗਲਤ ਲਾਣਾ ਹੀ ਨਹੀਂ। ਜੇਕਰ ਪਤਾ ਲੱਗ ਜਾਂਦਾ ਹੈ ਤੁਹਾਨੂੰ ਤਾਂ ਉਸੇ ਟਾਈਮ ਰਿਪੋਰਟ ਕਰੋ ਤੁਸੀਂ, ਕਿਉਂਕਿ ਬੱਚੇ ਦੇਖੋ ਹੁਣ ਜੇ ਪਹਿਲਾਂ ਰਿਪੋਰਟ ਕਰ ਦਿੰਦੇ ਉਸ ਦੇ ਸਮੇਂ ਸ਼ਾਇਦ CBSE ਤਹਿਕੀਕਾਤ ਕਰਨੀ ਸ਼ੁਰੂ ਕਰ ਦਿੰਦਾ ਤਾਂ ਉਹ ਬੱਚਿਆਂ ਦੇ 3-4 ਸਾਲ ਜ਼ਾਇਆ ਨਹੀਂ ਹੋਣੇ ਸੀ। ਤੇ ਹੁਣ ਜਦੋਂ ਉਹਨਾਂ ਨੇ PR ਵਾਸਤੇ ਜਾਂ ਵਰਕ ਪਰਮਿਟ ਲਈ ਅਪਲਾਈ ਕੀਤਾ ਤਾਂ ਉਹਨਾਂ ਨੂੰ ਡਿਨਾਈ ਕੀਤਾ ਜਾ ਰਿਹਾ ਹੈ। ਫਰਸਟ੍ਰੇਸ਼ਨ ਦੇਖੋ ਕਿੰਨੀ ਵੱਧ ਜਾਂਦੀ ਬੱਚੇ ਦੀ, ਮਾਨਸਿਕ ਤੌਰ ਤੇ ਵੀ, ਫਾਈਨੈਂਸ਼ੀਅਲ ਤੌਰ ਦੇ ਉੱਤੇ ਵੀ ਬੱਚਿਆਂ ਤੇ ਬਹੁਤ ਜ਼ਿਆਦਾ ਬਰਡਨ ਹੈਗਾ। ਸੋ ਜੇਕਰ ਤੁਸੀਂ ਬੱਚਿਆਂ ਨੂੰ ਭੇਜਣਾ ਹੈ ਪੜ੍ਹਨ ਵਾਸਤੇ ਤਾਂ ਇੱਕ ਹੋਰ ਚੀਜ਼ ਧਿਆਨ ਵਿੱਚ ਰੱਖੋ, ਜਿਹੜਾ ਇਹ ਟ੍ਰੈਂਡ ਹੈ ਨਾ ਕਿ 12ਵੀਂ ਤੋਂ ਬਾਅਦ ਬੱਚੇ ਨੂੰ ਭੇਜ ਦਿਓ ਤੇ ਬੱਚਾ ਇੱਥੇ ਸੈੱਟ ਹੋ ਜਾਏਗਾ, ਜਦੋਂ ਹਕੀਕਤ ਇੱਥੋਂ ਦੀ ਅਸੀਂ ਦੇਖਦੇ ਹਾਂ ਕੁਝ ਹੋਰ ਦੱਸਦੀ ਹੈਗੀ ਹੈ। ਤੁਹਾਡੇ ਬੱਚੇ ਵੀ ਤੁਹਾਨੂੰ ਦੱਸਦੇ ਹੋਣਗੇ ਜਿਹੜੇ ਇੱਥੇ ਆਏ ਹੋਏ ਨੇ। ਸੋ ਜੇਕਰ ਬੱਚੇ ਨੂੰ ਭੇਜਣਾ ਹੈ ਵਾਕਈ 'ਚ ਪੜ੍ਹਾਈ ਵਾਸਤੇ, ਕੋਸ਼ਿਸ਼ ਇਹ ਕਰੋ ਕਿ ਬੱਚਾ ਗ੍ਰੈਜੂਏਸ਼ਨ ਕਰਕੇ ਉਸ ਤੋਂ ਬਾਅਦ ਆਏ ਹਾਇਰ ਸਟੱਡੀਜ਼ ਲਈ। ਹਾਇਰ ਸਟੱਡੀਜ਼ ਤੋਂ ਬਾਅਦ ਬਹੁਤ ਸਾਰੇ ਆਪਸ਼ਨਸ ਬੱਚਿਆਂ ਕੋਲ ਅਵੇਲੇਬਲ ਨੇ। ਹੁਣ ਮਿਸਾਲ ਦੇ ਤੌਰ ਤੇ ਪੰਜਾਬ ਵਿੱਚ ਹੀ ਤੁਸੀਂ ਦੇਖ ਲਓ ਕਿ ਕਿਸੇ ITI 'ਚ ਅਸੀਂ ਬੱਚੇ ਨੂੰ ਦਾਖਲ ਕਰਵਾ ਦਈਏ ਤਾਂ ਉਸ ਤੋਂ ਬਾਅਦ ਕਿੰਨੀ ਕੁ ਉਸ ਨੂੰ ਵਧੀਆ ਨੌਕਰੀ ਮਿਲੇਗੀ। ਸਿਮਿਲਰਲੀ ਇੱਥੇ ਵੀ ਉਹੀ ਹਾਲ ਹੈਗਾ ਕਿ 12ਵੀਂ ਤੋਂ ਬਾਅਦ ਜਦੋਂ ਬੱਚੇ ਆਉਂਦੇ ਨੇ ਉਹ ਕੋਈ ਡਿਪਲੋਮਾ ਜੇ ਕਰ ਲੈਂਦੇ ਨੇ ਸਾਲ ਦਾ ਜਾਂ 2 ਸਾਲ ਦਾ, ਤਾਂ ਉਸ ਤੋਂ ਬਾਅਦ ਤੁਸੀਂ ਆਪ ਹੀ ਸੋਚੋ ਕਿ ਕੋਈ ਕੈਨੇਡਾ ਵਿੱਚ ਕਿੰਨੇ ਕੁ ਜੌਬਸ ਹੋਣਗੇ ਜਿਹੜੇ ਕਿ ਉਹ ਉਹਨਾਂ ਨੂੰ ਮਿਲ ਸਕਦੇ ਹੈਗੇ ਨੇ। ਬਲਕਿ ਗੱਲ ਤਾਂ ਹੁਣ ਇਹ ਬਣੀ ਪਈ ਹੈ ਕਿ ਇੱਥੇ ਬੱਚੇ ਜਿਹੜੇ ਪੜ੍ਹਦੇ ਪਏ ਨੇ ਇੱਥੋਂ ਦੇ ਸਿਸਟਮ ਦੇ ਵਿੱਚ, ਉਹਨਾਂ ਨੂੰ ਵੀ ਨੌਕਰੀਆਂ ਨਹੀਂ ਮਿਲ ਰਹੀਆਂ ਹੈਗੀਆਂ। ਸੋ ਇਸ ਕਰਕੇ ਇਹ ਜ਼ਰੂਰ ਧਿਆਨ ਦਿਓ ਕਿ ਆਪਣੇ ਬੱਚੇ ਨੂੰ ਜੇ ਤੁਸੀਂ ਭੇਜ ਰਹੇ ਹੈਗੇ ਹੋ ਤੁਹਾਡੇ ਕੋਲ ਪੂਰੀ ਨੌਲੇਜ ਹੋਵੇ। ਤੇ ਬੱਚੇ ਅੱਜ ਸਿਆਣੇ ਹੈਗੇ ਨੇ, ਬੱਚੇ ਇੰਟਰਨੈਟ ਦੇ ਰਾਹੀਂ ਹਰ ਚੀਜ਼ ਦਾ ਪਤਾ ਕਰ ਸਕਦੇ ਨੇ, ਕੋਈ ਵੀ ਚੀਜ਼ ਛੁਪ ਨਹੀਂ ਸਕਦੀ ਹੈਗੀ। ਪਰ ਥੋੜੀ ਜਿਹੀ ਮਿਹਨਤ ਉੱਥੇ ਲਾ ਲਓ ਜਾਂ ਫਿਰ ਕੋਈ ਰੈਗੂਲੇਟਡ ਕੰਸਲਟੈਂਟ ਨਾਲ ਗੱਲਬਾਤ ਕਰੋ, ਉਸ ਨੂੰ 5-10 ਹਜ਼ਾਰ ਭਾਵੇਂ ਵੱਧ ਦੇਣੇ ਪੈਣ, ਉਹ ਬਿਹਤਰ ਹੈ ਬਜਾਏ ਕਿ ਬਾਅਦ ਦੇ ਵਿੱਚ ਤੁਹਾਨੂੰ ਰਿਗਰੈਟ ਕਰਨਾ ਪਏ, ਜੋ ਕਿ ਇਹ 700 ਦੇ ਕਰੀਬ ਬੱਚਿਆਂ ਦੇ ਨਾਲ ਇਹ ਜੋ ਕੁਝ ਚੱਲ ਰਿਹਾ ਹੈਗਾ। ਇਸ ਤੋਂ ਇਲਾਵਾ ਹੁਣ ਬੱਚੇ ਵੀ ਬਾਹਰ ਆ ਰਹੇ ਹੈਗੇ ਨੇ ਤੇ ਦੱਸ ਰਹੇ ਨੇ ਹੱਡ ਬੀਤੀ ਕਿ ਜੀ ਕਿਸੇ ਹੋਰ ਸੰਸਥਾ ਵਿੱਚ ਵੀ ਉਹ ਗਏ, ਉਹ ਫੇਕ ਲੈਟਰ ਹੈਗੀ ਤੇ ਹੁਣ ਉਹਨਾਂ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ। ਸੋ ਇਹ ਕੁਝ ਚੀਜ਼ਾਂ ਨੇ ਬੇਸਿਕ ਜਿਹੜੀਆਂ ਕਿ ਜੇ ਤੁਸੀਂ ਧਿਆਨ 'ਚ ਰੱਖੋਗੇ ਤਾਂ ਡੈਫੀਨੇਟਲੀ ਤੁਹਾਨੂੰ ਬੈਨੀਫਿਟ ਹੋਏਗਾ, ਤੁਹਾਨੂੰ ਮਾਨਸਿਕ ਪਰੇਸ਼ਾਨੀ, ਤੁਹਾਨੂੰ ਫਾਈਨੈਂਸ਼ੀਅਲ ਟਰਬਲਸ ਨਹੀਂ ਫੇਸ ਕਰਨੇ ਪੈਣਗੇ। ਪਰ ਜੇਕਰ ਸਿਰਫ ਇਸੀ ਲਾਲਚ ਨਾਲ ਤੁਸੀਂ ਬੱਚਾ ਭੇਜਣਾ ਕਿ ਇੱਥੇ ਪਹੁੰਚ ਜਾਏ ਤੇ ਸਭ ਕੁਝ ਠੀਕ ਹੋ ਜਾਏਗਾ, ਇਹ ਤੁਸੀਂ ਗਲਤ ਫਹਿਮੀ 'ਚ ਹੈਗੇ ਹੋ। ਇੱਥੇ ਉਹ ਸਿਚੁਏਸ਼ਨ ਇੰਨੀ ਨਹੀਂ ਚੰਗੀ ਹੈਗੀ ਕਿ ਹਰ ਇੱਕ ਕਿਸੇ ਨੂੰ ਜੌਬ ਮਿਲ ਜਾਏਗਾ। ਬੱਚਿਆਂ ਨੂੰ ਬਹੁਤ ਸਟਰਗਲ ਕਰਨਾ ਪੈ ਰਿਹਾ ਹੈ। ਪਿਛਲੇ ਸਮੇਂ ਦੌਰਾਨ ਬਹੁਤ ਸਾਰੇ ਬੱਚਿਆਂ ਨੇ ਸੁਸਾਈਡਸ ਵੀ ਕਮਿਟ ਕੀਤੀਆਂ ਨੇ, ਹਾਰਟ ਅਟੈਕਸ ਬੱਚਿਆਂ ਨੂੰ ਹੋ ਰਹੇ ਨੇ, ਮੈਂਟਲੀ ਉਹ ਡਿਪਰੈਸ ਹੋ ਰਹੇ ਨੇ। ਸੋ ਇਹ ਸਾਰੇ ਕੁਝ ਤੱਥ ਹੈਗੇ ਨੇ ਜਿਨ੍ਹਾਂ ਨੂੰ ਕਿ ਤੁਸੀਂ ਧਿਆਨ 'ਚ ਰੱਖੋ ਕਿ ਸਿਰਫ ਬਾਹਰ ਸਿਰਫ ਭੇਜਣ ਦੇ ਲਈ ਤੁਸੀਂ ਜੇਕਰ ਸਭ ਕੁਝ ਅਡਾਪਟ ਕਰ ਰਹੇ ਹੋ ਤਾਂ ਹਰ ਚੀਜ਼ ਇੱਥੇ ਉਨੀ ਬਿਹਤਰ ਨਹੀਂ ਜਿੰਨੀ ਕਿ ਤੁਹਾਨੂੰ ਏਜੰਟ ਦੱਸਦੇ ਹੈਗੇ ਨੇ। ਸੋ ਇਹ ਰਵਿੰਦਰ ਜੀ ਆਈ ਥਿੰਕ ਬੇਸਿਕ ਜਿਹੜੇ ਇਸ ਮੁੱਦੇ ਦੇ ਉੱਤੇ ਗੱਲਬਾਤ ਹੈਗੀ ਹੈ ਕਿ ਕੋਈ ਵੀ ਪਹਿਲੀ ਗੱਲ ਗਲਤ ਕੰਮ ਨਾ ਕਰੋ, ਜੇ ਪਤਾ ਲੱਗਦਾ ਉਸ ਨੂੰ ਰਿਪੋਰਟ ਕਰੋ, ਤੇ ਤੀਸਰੀ ਗੱਲ ਕਿ ਸਹੀ ਸਲਾਹ ਲੈ ਕੇ ਤੁਸੀਂ ਤੇ ਪਹੁੰਚੋ। ਹੌਲੀ ਹੌਲੀ ਹਰ ਕੋਈ ਸੈਟਲ ਹੋ ਜਾਂਦਾ, ਲੇਕਿਨ ਇਹ ਨਾ ਸਮਝੋ ਕਿ ਜੀ ਬੱਚਾ ਪਹੁੰਚ ਗਿਆ ਤੇ ਹਰ ਚੀਜ਼ ਜਿਹੜੀ ਹੈ ਹਰਿਆਵਲੀ ਤੁਹਾਨੂੰ ਇੱਥੇ ਨਜ਼ਰ ਆਏਗੀ। ਬਹੁਤ ਸਟਰਗਲਸ ਹੈਗੇ ਨੇ। ਹਰਪ੍ਰੀਤ ਜੀ, ਇਹਦੇ 'ਚ ਕੁਐਸਚਨ ਇੱਕ ਹੋਰ ਉੱਠਦਾ ਆ ਕਿ ਜਿਹੜੇ ਬੱਚਿਆਂ ਨੂੰ ਵਰਕ ਪਰਮਿਟ ਮਿਲ ਗਿਆ, ਉਹਨਾਂ ਦਾ ਡਿਪਲੋਮਾ ਪੂਰਾ ਹੋ ਗਿਆ, 1.5-2 ਸਾਲ ਉਹ ਕੈਨੇਡਾ ਦੇ ਵਿੱਚ ਰਹਿ ਗਏ, 1.5-2 ਸਾਲ ਬਾਅਦ ਉਹਨਾਂ ਨੂੰ ਪਤਾ ਲੱਗਦਾ ਹੈ ਵੀ ਉਹਨਾਂ ਦਾ ਆਫਰ ਲੈਟਰ ਜਿਹਦੇ ਬੇਸਿਸ ਦੇ ਉੱਤੇ ਉਹਨਾਂ ਨੂੰ ਵੀਜ਼ਾ ਮਿਲਿਆ ਸੀਗਾ, ਰੀਜ਼ਨ ਇਹਦਾ ਕੀ ਬਣਿਆ ਐਕਚੁਅਲੀ ਇੱਕ ਜਦੋਂ ਅਸੀਂ ਲਾਈਨ ਦੇ ਵਿੱਚ ਦੇਖਦੇ ਆ ਇਹਨੂੰ, ਬੱਚਿਆਂ ਨੂੰ ਆਫਰ ਲੈਟਰ ਆਉਂਦਾ ਆ, ਆਫਰ ਲੈਟਰ ਤੋਂ ਬਾਅਦ ਉਹਨਾਂ ਦਾ ਵੀਜ਼ਾ ਲੱਗ ਗਿਆ ਆ, ਉਹਨਾਂ ਨੇ ਫੀਸ ਜਮ੍ਹਾਂ ਕੀਤੀ, ਵੀਜ਼ਾ ਲੱਗਿਆ, ਵੀਜ਼ਾ ਲੱਗਣ ਤੋਂ ਬਾਅਦ ਉਹਨਾਂ ਦੇ ਕਾਲਜਸ ਚੇਂਜ ਹੋਏ, ਆਖੇ ਜੀ ਉਹ ਤਾਂ ਜਾਲੀ ਸੀਗੇ, ਉਹਨੇ ਨੂੰ ਮੈਨੂੰ ਲੱਗਦਾ ਉਹ ਜਿਹੜੇ ਏਜੰਟ ਸੀਗੇ ਜਲੰਧਰ ਵਾਲੇ ਉਹਨਾਂ ਤੋਂ ਅਰੇਂਜ ਹੋ ਗਿਆ ਹੋਣਾ ਵੀ ਕਿਸੇ ਹੋਰ ਕਾਲਜ ਦੇ ਵਿੱਚ ਐਡਮਿਸ਼ਨ ਕਰਵਾ ਦਾਂ ਜਾਂ ਸਟੂਡੈਂਟਸ ਨੇ ਕਿਤੇ ਹੋਰ ਐਡਮਿਸ਼ਨ ਲੈ ਲਈ ਹੋਊਗੀ ਜੀ। ਬੇਸਿਸ ਇਹ ਬਣ ਰਿਹਾ ਕਿ ਸਿਰਫ ਆਫਰ ਲੈਟਰ ਉਹ ਜਾਲੀ ਸੀਗਾ, ਬਟ ਉਹਦੇ ਤੋਂ ਬਾਅਦ ਜਿਹੜੀ ਪੜ੍ਹਾਈ ਕੀਤੀ ਹੈ ਜੀ ਬੱਚਿਆਂ ਨੇ ਸਾਲ, 1.5 ਸਾਲ, 2 ਸਾਲ, ਉਹ ਤਾਂ ਅਸਲੀ ਸੀ ਜੀ। ਉਸ ਦੌਰਾਨ ਉਹ ਇੱਥੇ ਰਹਿੰਦੇ ਰਹੇ ਨੇ, ਉਹਨਾਂ ਨੂੰ ਵਰਕ ਪਰਮਿਟ ਵੀ ਸ਼ਾਇਦ ਇਸ਼ੂ ਹੋ ਗਏ ਨੇ ਕਈਆਂ ਨੂੰ, ਤੇ ਉਦੋਂ ਜਿਹੜਾ ਇਮੀਗ੍ਰੇਸ਼ਨ ਦਾ ਪ੍ਰੋਸੈਸ ਸੀਗਾ ਉਹ ਕਿੱਥੇ ਰਿਹਾ ਜੀ 1.5-2 ਸਾਲ। ਐਬਸੋਲੂਟਲੀ, ਬਿਲਕੁਲ ਤੁਹਾਡਾ ਬੜਾ ਵੈਲਿਡ ਪੁਆਇੰਟ ਹੈਗਾ ਜੀ, ਜਿੱਥੇ ਕਿ ਇਹ ਉਸ ਟਰੈਵਲ ਏਜੰਟ ਵੱਲੋਂ ਹੇਰਾਫੇਰੀ ਕੀਤੀ ਗਈ। ਸਰਕਾਰ ਦਾ ਵੀ ਇਹ ਫਰਜ਼ ਬਣਦਾ ਹੈਗਾ ਕਿ ਆਪਣੇ ਸਿਸਟਮ ਨੂੰ ਇਹ ਬੈਟਰ ਕਰਨ। ਅਸਲ ਵਿੱਚ ਰਵਿੰਦਰ ਜੀ ਇੱਥੋਂ ਦਾ ਸਿਸਟਮ ਜਿਹੜਾ ਨਾ ਜੀ ਬੇਸਿਕਲੀ ਟਰਸਟ ਦੇ ਉੱਤੇ ਆਧਾਰਿਤ ਹੈਗਾ ਕਿ ਤੁਸੀਂ ਕਹਿ ਦਿੱਤਾ ਤੇ ਮੈਂ ਮੰਨ ਲਿਆ ਵਾਲਾ, ਉਹ ਇੱਕ ਇਹੋ ਜਿਹਾ ਸਿਸਟਮ ਚੱਲਦਾ ਹੈ। ਪਰ ਹੁਣ ਕਿਉਂਕਿ ਡੈਮੋਗ੍ਰਾਫਿਕਸ ਚੇਂਜ ਹੋ ਰਹੇ ਨੇ, ਸਿਸਟਮ ਚੇਂਜ ਹੋ ਰਹੇ ਨੇ, ਸਰਕਾਰਾਂ ਨੂੰ ਵੀ ਉਸੇ ਤਰੀਕੇ ਨਾਲ ਬਦਲਣਾ ਚਾਹੀਦਾ ਹੈਗਾ। ਜਿਹੜਾ ਇਮੀਗ੍ਰੇਸ਼ਨ ਅਫਸਰ ਬੈਠਾ ਹੋਇਆ, ਜਿਹੜਾ ਪ੍ਰੋਸੈਸ ਕਰ ਰਿਹਾ ਫਾਈਲ ਨੂੰ,
ਉਹਨਾਂ ਕੋਲ ਵੀ ਹੋਰ ਸਿਸਟਮਸ ਹੋਣੇ ਚਾਹੀਦੇ ਨੇ ਜਿਹਦੇ ਨਾਲ ਕਿ ਉਹ ਵੈਰੀਫਾਈ ਕਰ ਸਕਣ ਕਿ ਜਿਹੜੀ ਚਿੱਠੀ ਉਹਨਾਂ ਕੋਲ ਆ ਰਹੀ ਹੈ, ਭਾਵੇਂ ਉਹ ਵਰਕ ਪਰਮਿਟ ਦੀ ਹੈ ਜਾਂ ਕਿਸੇ ਵਿਦਿਆਰਥੀ ਦੀ ਹੈ ਜਾਂ ਕੋਈ ਹੋਰ ਹੈਗੀ ਹੈ, ਉਸ ਨੂੰ ਉਹ ਚੈੱਕ ਕਰਕੇ ਵੈਰੀਫਾਈ ਕਰ ਸਕਣ ਕਿ ਕੀ ਵਾਕਿਆ 'ਚ ਹੀ ਇਹ ਸਹੀ ਹੈ ਜਾਂ ਨਹੀਂ ਹੈ। ਅਨਫੋਰਚੂਨੇਟਲੀ ਕੋਵਿਡ ਦੇ ਦੌਰਾਨ ਵੀ ਅਸੀਂ ਦੇਖਿਆ ਉਹਦੇ ਕਰਕੇ ਵੀ ਬੈਕਲੌਗ ਹੋ ਗਿਆ ਹੈ ਅਤੇ ਉਸ ਕਾਰਨ ਕਿਹਾ ਜਾ ਰਿਹਾ ਕਿ 2.5 ਮਿਲੀਅਨ ਫਾਈਲਸ ਜਿਹੜੀਆਂ ਨੇ ਉਹ ਬੈਕਲੌਗ ਵਿੱਚ ਹੈਗੀਆਂ ਨੇ। ਸੋ ਇੱਕ ਅਫਸਰ ਜਿਹੜਾ ਬੈਠਾ ਹੋਇਆ ਹੈ, ਸ਼ਾਇਦ ਉੱਤੇ ਵੀ ਬਹੁਤ ਜ਼ਿਆਦਾ ਪ੍ਰੈਸ਼ਰ ਪਿਆ ਹੋਇਆ ਕਿ ਜੀ ਫਟਾਫਟ ਤੁਸੀਂ ਪ੍ਰੋਸੈਸ ਕਰੋ ਚੀਜ਼ਾਂ ਨੂੰ। ਸੋ ਮੇਬੀ ਇਹਨਾਂ ਕੋਲ ਇੰਨਾ ਟਾਈਮ ਨਹੀਂ ਹੈਗਾ ਕਿ ਜੀ ਉਹ ਹਰ ਚੀਜ਼ ਨੂੰ ਪ੍ਰੋਸੈਸ ਨਹੀਂ ਕਰ ਸਕਦੇ। ਤੁਸੀਂ ਮੈਨੂੰ ਕਾਗਜ਼ ਦਿੱਤਾ, ਮੈਂ ਫਾਈਲ ਚਲਾਤਾ ਕਿ ਜੀ ਇਹ ਇਨਵੀਟੇਸ਼ਨ ਲੈਟਰ ਹੈਗੀ ਹੈ ਜਾਂ ਇਹ ਵਰਕ ਪਰਮਿਟ ਦਾ ਪੇਪਰ ਹੈਗੇ ਨੇ, ਮੈਂ ਫਾਈਲ ਬੰਦ ਕੀਤੀ, ਮੈਂ ਸਾਈਨ ਕੀਤੇ, ਅੱਗੇ ਭੇਜਤੇ, ਤੇ ਮੈਂ ਵੀ ਉਹਨਾਂ ਟਾਈਮ ਨਹੀਂ ਲਾ ਰਿਹਾ। ਯਾਨੀ ਕਿ ਜਿਹੜੇ ਅਫਸਰ ਹੈਗੇ ਨੇ ਉਹਨਾਂ ਨੂੰ ਹੋਰ ਮੈਂ ਕਹਿੰਦਾ ਸਿਸਟਮਸ ਜਿਹੜੇ ਨੇ ਉਹ ਉਹਨਾਂ ਦੇ ਵਿੱਚ ਉਹਨਾਂ ਨੂੰ ਮਿਲਣ ਤੇ ਨਾਲ ਉਹਦੇ ਨਾਲ ਹੋਰ ਉਹਨਾਂ ਨੂੰ ਬੈਨੀਫਿਟਸ ਹੋਣ, ਜਿਹਦੇ ਨਾਲ ਕਿ ਫੈਸਿਲਿਟੀਜ਼ ਹੋਣ, ਜਿਹਦੇ ਨਾਲ ਕਿ ਉਸ ਚੀਜ਼ ਨੂੰ ਵੈਰੀਫਾਈ ਕਰ ਸਕਦੇ ਨੇ। ਭਾਵੇਂ ਹੋਰ ਅਫਸਰਾਂ ਨੂੰ ਜੋ ਹੈ ਅਪਾਇੰਟ ਕੀਤਾ ਜਾਏ ਤਾਂ ਕਿ ਜਿਹੜੇ ਬੈਕਲੌਗ ਨੇ ਫਾਈਲਸ ਦੇ ਉਹਨਾਂ ਤੇ ਉਹ ਸਹੀ ਕੰਮ ਕਰ ਸਕਣ ਤੇ ਸ਼ੁਰੂ ਤੋਂ ਹੀ ਐਂਟਰੈਂਸ ਲੈਵਲ ਦੇ ਉੱਤੇ ਹੀ ਉਹ ਚੋਰੀ ਫੜੀ ਜਾਵੇ। ਬਟ ਅਗੇਨ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਕਿ ਰਵਿੰਦਰ ਜੀ ਇੱਥੇ ਸਿਸਟਮ ਇਹੋ ਜਿਹਾ ਹੈਗਾ ਕਿ ਪਹਿਲੇ ਵਾਲੇ ਕੋਲ ਤਾਂ ਫੜਿਆ ਨਹੀਂ ਗਿਆ, ਉਹ ਦੂਸਰੇ ਕੋਲ ਗਈ ਫਾਈਲ, ਉਸਨੇ ਚੈੱਕ ਕੀਤਾ ਕਿ ਬਈ ਇੰਨੇ ਸਾਰੇ ਬੱਚੇ ਜਿਹੜੇ ਨੇ ਇੱਕੋ ਹੀ ਕਾਲਜ ਵਿੱਚ ਕਿਉਂ ਨਹੀਂ ਐਡਮਿਸ਼ਨ ਲੈ ਰਹੇ ਹੈਗੇ, ਇਹ ਕਿਸੇ ਹੋਰ ਵਿੱਚ ਕਿਉਂ ਚਲੇ ਗਏ ਸੰਸਥਾ ਵਿੱਚ, ਸ਼ਾਇਦ ਉੱਥੋਂ ਸ਼ੱਕ ਜ਼ਾਹਰ ਹੋਇਆ ਹੋਏਗਾ, ਉੱਥੋਂ ਉਹਨਾਂ ਨੇ ਤਹਿਕੀਕਾਤ ਸ਼ੁਰੂ ਕਰਤੀ ਤੇ ਉਸ ਤੋਂ ਬਾਅਦ ਪਤਾ ਲੱਗਾ। ਸੋ ਅਗੇਨ ਇਹ ਤਾਂ ਟਿਪ ਆਫ ਦਾ ਆਈਸਬਰਗ ਹੈਗਾ। ਮੈਂ ਕਹਾਂਗਾ ਕਿ ਇਹ ਤਾਂ ਛੋਟਾ ਜਿਹਾ ਇੱਕ ਸਾਨੂੰ ਪਤਾ ਲੱਗ ਗਿਆ, ਇਸ ਕਰਕੇ ਬੜੀ ਤਰਥੱਲੀ ਮਚ ਗਈ ਹੈ। ਹਜ਼ਾਰਾਂ ਦੀ ਗਿਣਤੀ 'ਚ ਸ਼ਾਇਦ ਇਸ ਤਰ੍ਹਾਂ ਹੁੰਦਾ ਹੋ ਰਿਹਾ ਹੋਏ, ਇਹਦੇ ਬਾਰੇ ਕੋਈ ਅਸੀਂ ਕਹਿ ਨਹੀਂ ਸਕਦੇ, ਕਿਉਂਕਿ CBSE ਨਾਲ ਵੀ ਮੈਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਉਹਨੂੰ ਪੁੱਛਣ ਦੀ ਕਿ ਵੀ ਕਿੰਨੇ ਕੁ ਲੈਵਲ ਦੇ ਉੱਤੇ ਸਭ ਕੁਝ ਚੱਲ ਰਿਹਾ ਹੈ, ਪਰ ਉਹਨਾਂ ਨੇ ਅਜੇ ਤੱਕ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਹੈਗੀ। ਸੋ ਸਾਡੀ ਤਹਿਕੀਕਾਤ ਚੱਲਦੀ ਰਹੇਗੀ ਤੇ ਜਦੋਂ ਸਾਨੂੰ ਪਤਾ ਲੱਗੇਗਾ ਤਾਂ D5 ਦੇ ਰਾਹੀਂ ਅਸੀਂ ਇਹ ਇਨਫੋਰਮੇਸ਼ਨ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂਗੇ। ਸੋ ਗਵਰਨਮੈਂਟ ਲੈਵਲ ਤੇ ਬੈਟਰ ਹੋਈ ਸਿਚੁਏਸ਼ਨ, ਆਪਣੇ ਲੈਵਲ ਦੇ ਉੱਤੇ ਥੋੜ੍ਹੀ ਜਿਹੀ ਹੋਰ ਅਸੀਂ ਡਿਊ ਡਿਲੀਜੈਂਸ ਵਰਤੀਏ ਤਾਂ ਕਿ ਕਿਸੇ ਨਾਲ ਵੀ ਇਹੋ ਜਿਹਾ ਹਾਦਸਾ ਦੁਬਾਰਾ ਨਾ ਵਾਪਰੇ। ਜੀ ਹਰਪ੍ਰੀਤ, ਤੁਹਾਡੀ ਡਿਊ ਡਿਲੀਜੈਂਸ ਆਪਣੇ ਤੌਰ ਤੇ ਵਰਤੀ, ਇਹਦੀ ਵੀ ਮੈਂ ਇੱਕ ਉਦਾਹਰਨ ਦਊਂਗਾ ਤੁਹਾਨੂੰ। ਪਰ ਸਭ ਤੋਂ ਪਹਿਲੀ ਤਹਿਕੀਕਾਤ ਜਿਹੜੀ ਹੈ, ਦੇਖੋ ਹੰਬਰ ਕਾਲਜ ਬਹੁਤ ਫੇਮਸ ਕਾਲਜ ਹੈ ਈਸਟ ਕੋਸਟ ਦਾ, ਔਰ ਉੱਥੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਜੀ ਹੰਬਰ ਕਾਲਜ ਐਡਮਿਸ਼ਨ ਹੈ, ਹਾਂਜੀ ਬੜਾ ਸਟੈਂਡਰਡ ਦਾ ਕਾਲਜ ਹੈ, ਬਹੁਤ ਫੇਮਸ ਕਾਲਜ ਹੈ ਜੀ ਉਹ, ਤੇ ਉਹਦੇ ਇੰਨੇ ਆਫਰ ਲੈਟਰ ਡੁਪਲੀਕੇਟ ਜਾ ਰਹੇ ਨੇ, ਜਾਲੀ ਜਾ ਰਹੇ ਨੇ, ਤੇ ਅੰਬੈਸੀ ਵੀਜ਼ਾ ਇਸ਼ੂ ਕਰ ਦਿੰਦੀ ਹੈ। ਸਭ ਤੋਂ ਵੱਡੀ ਗੱਲ ਹੈ, ਪਹਿਲਾ ਸਟੈਪ ਹੀ ਇਹ ਹੈ ਕਿ ਭਾਈ ਜਿਸ ਆਫਰ ਲੈਟਰ ਤੇ ਤੁਸੀਂ ਵੀਜ਼ਾ ਅਪਰੂਵ ਕਰ ਰਹੇ ਹੋ ਉਹਨੂੰ ਤਾਂ ਚੈੱਕ ਕਰ ਲਓ। ਬਿਲਕੁਲ, ਜਿਸ ਨੂੰ ਅਸੀਂ ਆਧਾਰ ਬਣਾ ਕੇ ਕਹਿੰਦੇ ਆ ਕਿ ਤੁਸੀਂ ਕੈਨੇਡਾ ਦੇ ਵਿੱਚ ਐਂਟਰ ਕਰਨਾ ਆ, ਸਟੱਡੀ ਵੀਜ਼ਾ ਤੁਸੀਂ ਲੈਣਾ ਆ, ਤੇ ਉਹ ਆਫਰ ਲੈਟਰ ਹੀ ਹੈ ਜੀ ਜਿਹਦੇ ਬੇਸਿਸ ਦੇ ਉੱਤੇ ਤੁਸੀਂ ਐਂਟਰ ਕਰ ਰਹੇ ਹੋ। ਮੈਂ ਸਭ ਤੋਂ ਪਹਿਲਾਂ ਹੀ ਜਿਹੜਾ ਇਮੀਗ੍ਰੇਸ਼ਨ ਡਿਪਾਰਟਮੈਂਟ ਹੈ, ਐਮਬੈਸੀ ਹੈ ਦਿੱਲੀ ਦੇ ਵਿੱਚ, ਬੰਬੇ ਦੇ ਵਿੱਚ, ਅਹਿਮਦਾਬਾਦ ਦੇ ਵਿੱਚ, ਉਹ ਸਭ ਤੋਂ ਪਹਿਲਾਂ ਡਾਕੂਮੈਂਟ ਹੀ ਨਹੀਂ ਚੈੱਕ ਕਰ ਰਹੇ। ਇੰਨਾ ਵੀ ਮੈਨੂੰ ਨਹੀਂ ਸਮਝ ਆਈ ਕਿ ਕਿੰਨਾ ਕੁ ਵਿਸ਼ਵਾਸ ਉਹਨਾਂ ਨੂੰ ਹੈਗਾ ਜ਼ਬਾਨ ਦੇ ਉੱਤੇ ਕਿ ਜੀ ਆਫਰ ਲੈਟਰ ਆ ਗਿਆ ਤਾਂ ਜ਼ਬਾਨ ਹੋ ਗਈ ਹੈ। ਸੋ ਇਹਦੀ ਬਜਾਏ ਤਾਂ ਫਿਰ ਸਾਰਾ ਮੂੰਹ ਜ਼ਬਾਨੀ ਇੰਟਰਵਿਊ ਲੈ ਕੇ ਭੇਜ ਦਿਆ ਕਰਨ ਜੀ, ਕਾਗਜ਼ਾਂ ਦੀ ਲੋੜ ਹੀ ਨਹੀਂ ਹੈ ਸ਼ਾਇਦ ਉਹਨਾਂ ਨੂੰ। ਨਹੀਂ ਬਿਲਕੁਲ ਜੀ, ਮੈਂ ਸਰਕਾਰ ਨੂੰ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਹੈਗਾ, ਸਰਕਾਰ ਦਾ ਫਸਟ ਸਟੈਪ ਬਣਦਾ ਹੈਗਾ ਕਿ ਚੰਡੀਗੜ੍ਹ ਵਿੱਚ ਜਾਂ ਦਿੱਲੀ ਦੇ ਵਿੱਚ, ਕਿਉਂਕਿ ਜ਼ਿਆਦਾਤਰ ਜਿਹੜੇ ਪੰਜਾਬ ਦੇ ਬੱਚੇ ਨੇ ਉਹ ਚੰਡੀਗੜ੍ਹ ਜਾਂ ਨਵੀਂ ਦਿੱਲੀ ਵਿੱਚ ਹੀ ਅਪਲਾਈ ਕਰਦੇ ਹੈਗੇ ਨੇ। ਸੋ ਚੰਡੀਗੜ੍ਹ ਇੱਕ ਮੇਜਰ ਸੋਰਸ ਹੈਗਾ ਤੇ ਉਸ ਤੋਂ ਬਾਅਦ ਦਿੱਲੀ ਹੈਗਾ। ਇੱਥੇ ਜਿਹੜੇ ਉੱਥੇ ਅਫਸਰ ਬੈਠੇ ਹੋਏ ਨੇ ਉਹਦੇ ਬਾਰੇ ਵੀ ਕਾਫੀ ਸਾਰੀਆਂ ਰਿਪੋਰਟਸ ਆ ਰਹੀਆਂ ਹੈਗੀਆਂ ਨੇ ਕਿ ਉੱਥੇ ਵੀ ਹੁਣ ਸ਼ਾਇਦ ਪੈਸੇ ਚੱਲ ਰਹੇ ਹੈਗੇ ਨੇ, ਇਹੋ ਜਿਹੀਆਂ ਗੱਲਾਂ ਵੀ ਬਾਹਰ ਕੁਝ ਵਾਇਰਲ ਹੋ ਰਹੀਆਂ ਨੇ। ਸੋ ਇਹਦੀ ਤਹਿਕੀਕਾਤ ਕਰਨੀ ਚਾਹੀਦੀ ਹੈ ਸਰਕਾਰ ਨੂੰ। ਇੱਕ ਇੰਡੀਪੈਂਡੈਂਟ ਜੁਡੀਸ਼ੀਅਲ ਰਿਵਿਊ ਮੈਂ ਕਹਿੰਦਾ ਬਿਠਾਇਆ ਜਾਏ ਜਿਹੜੀ ਕਿ ਤਹਿਕੀਕਾਤ ਕਰੇ, ਕਿਉਂਕਿ ਫਸਟ ਪੁਆਇੰਟ ਆਫ ਜਿਹੜਾ ਇੰਟਰੈਕਸ਼ਨ ਹੈਗਾ ਉਹ ਤਾਂ ਉਸ ਵਿਅਕਤੀ ਨਾਲ ਹੈਗਾ ਜਿਹੜਾ ਚੰਡੀਗੜ੍ਹ ਬੈਠਾ ਜਾਂ ਦਿੱਲੀ ਬੈਠਾ ਹੈ ਜਾਂ ਕਿਸੇ ਹੋਰ ਥਾਂ ਤੇ ਭਾਰਤ ਵਿੱਚ ਬੈਠਾ ਹੈ। ਉਸ ਤੋਂ ਬਾਅਦ ਜਦੋਂ ਇਹ ਕਾਗਜ਼ ਇੱਥੇ ਕੈਨੇਡਾ 'ਚ ਪਹੁੰਚਦੇ ਨੇ, ਕਿਉਂਕਿ ਇਹ ਤਾਂ ਹੁਣ ਬਾਅਦ ਦੇ ਵਿੱਚ ਕੈਨੇਡਾ ਵਿੱਚ ਆ ਕੇ ਜਿਹੜੇ ਕਾਗਜ਼ਾਂ ਦੇ ਉੱਤੇ ਕਾਰਵਾਈ ਹੋਈ ਹੈਗੀ ਹੈ, ਉਹ ਚੰਡੀਗੜ੍ਹ 'ਚ ਤਾਂ ਹੋਈ ਨਹੀਂ। ਸੋ ਪਹਿਲਾਂ ਜਦੋਂ ਕਾਗਜ਼ ਆਏ ਉਹਦੀ ਪੂਰੀ ਤਹਿਕੀਕਾਤ ਕੀਤੀ ਜਾਏ। ਉੱਥੇ ਸਪੈਸ਼ਲ ਹਰ ਇੱਕ ਜਿਹੜੀ ਚਿੱਠੀ ਆ ਰਹੀ ਹੈ ਉਹ ਭਾਵੇਂ ਫ਼ੋਨ ਕਰਕੇ ਤੁਸੀਂ ਚੈੱਕ ਕਰੋ ਜਾਂ ਅੱਜ ਈਮੇਲ ਰਾਹੀਂ ਤੁਸੀਂ ਚੈੱਕ ਕਰ ਸਕਦੇ ਹੋ। ਇਹ ਨਹੀਂ ਕਿ ਤੁਸੀਂ ਸਿਰਫ ਵਿਸ਼ਵਾਸ ਦੇ ਉੱਤੇ ਹੀ ਉਸ ਚੀਜ਼ ਨੂੰ ਐਕਸੈਪਟ ਕਰ ਲਓ ਤੇ ਉਸ ਦੇ ਉੱਤੇ ਤੁਸੀਂ ਵੀਜ਼ੇ ਜ਼ਾਹਰ ਕਰ ਦਿਓ। ਸੋ ਬਿਲਕੁਲ ਜੀ ਰਵਿੰਦਰ ਜੀ, ਆਈ ਫੀਲ ਕਿ ਤੁਹਾਡੀ ਗੱਲ 100% ਸਹੀ ਹੈਗੀ ਹੈ ਕਿ ਬੇਸਿਕ ਲੈਵਲ ਦੇ ਉੱਤੇ ਗਲਤੀ ਹੋਈ ਹੈ, ਕੋਤਾਹੀ ਹੋਈ ਹੈ। ਇਸ ਪਿੱਛੇ ਕੀ ਕਾਰਨ ਹੈ? ਜਿਹੜੇ ਵਿਅਕਤੀ ਨੇ 16 ਤੋਂ 20 ਲੱਖ ਰੁਪਏ ਇੱਕ ਬੰਦੇ ਕੋਲੋਂ ਲਏ, ਕਿ ਇਹ ਤਾਂ ਨਹੀਂ ਕਿ ਉਹਦੇ 'ਚੋਂ ਕੁਝ ਹਿੱਸਾ ਉੱਥੇ ਵੀ ਜਾ ਰਿਹਾ ਹੈਗਾ। ਸੋ ਇਹਦੀ ਜ਼ਰੂਰ ਇਸ ਸਰਕਾਰ ਨੂੰ ਜੋ ਹੈ ਜੁਡੀਸ਼ੀਅਲ ਰਿਵਿਊ ਕਰਾਉਣ ਦੀ ਲੋੜ ਹੈਗੀ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ। ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ। ਖੋਲਾਂਗੇ
ਅੰਦਰੂਨੀ ਰਾਜ। ਬਣਾਂਗੇ ਬੁਲੰਦ ਆਵਾਜ਼। ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ ਹਰ ਸ਼ਹਿਰ ਜਾਵਾਂਗੇ। ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ। ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਤ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਹੈ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ सिर्फ लोकां दी गल। धर्म, धरोहर, सेहत और संस्कृति की होगी बात। अब D5 चैनल हिंदी भी होगा सर। D5 चैनल पंजाबी, अपनी धरती अपने लोक। सत श्री अकाल जी, मैं हाँ कुलराज रंधावा ते तुसी देख रहे हो D5 चैनल पंजाबी, जिहड़ा लॉन्च हो चुका है हुण कैनेडा विच।